ਕਿਸਾਨਾਂ ਦੀ ਫਸਲਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਕਿੰਨਾ ਵੱਡਾ ਸੰਕਟ ਆ। ਕਿਸਾਨੀ ਅੰਦੋਲਨ ਚੱਲ ਰਿਹਾ ਬਾਰਡਰ ਤੇ ਦੂਜੇ ਪਾਸੇ ਸਮੱਸਿਆਵਾਂ ਦਾ ਦੌਰ ਘਟਣ ਦਾ ਨਾਮ ਨਹੀਂ ਲੈ ਰਿਹਾ। ਸਿੱਧੀ ਅਦਾਇਗੀ ਕਰਾਂਗੇ ਕੇਂਦਰ ਸਰਕਾਰ ਕਹਿੰਦਾ ਹੈ, ਆੜਤੀ ਬਰਾਦਰੀ ਵੀ ਵਿਰੋਧ ਕਰਦੀ ਆ, ਨਾਲ ਹੀ ਰੇੜਕਾ ਆ ਜਾਂਦਾ 131 ਕਰੋੜ ਜਾਰੀ ਹੋਣ ਦਾ। ਇਹੀ ਮਸਲੇ ਨੂੰ ਲੈ ਕੇ ਆੜਤੀਆਂ ਨਾਲ ਗੱਲ ਕਰਾਂਗੇ ਕਿਉਂਕਿ ਬੀਜੇਪੀ ਕਹਿੰਦੀ ਕਿ ਤੁਹਾਡਾ ਕਿਸਾਨਾਂ ਤੇ ਵਿਸ਼ਵਾਸ ਨਹੀਂ। ਆੜਤੀਆ ਬਰਾਦਰੀ ਨੂੰ ਲੈ ਕੇ ਜੇ ਕਹੀਏ ਕਿ ਦੋ ਚੀਜ਼ਾਂ ਦਾ ਮਸਲਾ ਤੁਹਾਡਾ 131 ਕਰੋੜ ਰੁਪਏ ਜਾਰੀ ਕਰਨ ਦਾ ਤੇ ਇੱਕ ਮਸਲਾ ਹੈ ਸਿੱਧੀ ਅਦਾਇਗੀ ਦਾ। 131 ਕਰੋੜ ਵਾਲੇ 'ਚ ਪਹਿਲਾਂ ਤਾਂ ਦੱਸ ਦਿਓ ਥੋੜ੍ਹਾ ਜਿਹਾ ਕਿ ਆਖਰ ਸੈਂਟਰ ਨੇ ਭੇਜਿਆ ਨਹੀਂ ਜਾਂ ਸੂਬਾ ਨਹੀਂ ਅੱਗੇ ਰਿਲੀਜ਼ ਕਰ ਰਿਹਾ ਹੈਗਾ, ਰੇੜਕਾ ਕਿੱਥੇ ਫਸਿਆ? ਸੈਂਟਰ ਕਹਿੰਦੇ ਕਿ ਅਸੀਂ 131 ਕਰੋੜ ਰੁਪਈਆ ਜਿਹੜਾ ਹੈ ਉਹ ਸਰਕਾਰ ਪੰਜਾਬ ਸਰਕਾਰ ਨੂੰ ਭੇਜ ਚੁੱਕੀ ਹੈਗੀ। 131 ਕਰੋੜ ਸਾਡਾ ਜਿਹੜਾ 2019 ਦੀ ਆੜਤ ਜਿਹੜੀ ਹੈ ਉਹ ਸਾਨੂੰ ਪੰਜਾਬ ਭਰ ਦੇ ਵਿੱਚ ਆੜਤੀਆਂ ਨੂੰ ਨਹੀਂ ਮਿਲੀ। ਉਸ ਤੋਂ ਇਲਾਵਾ 25 ਕਰੋੜ ਜਿਹੜਾ ਲਗਭਗ ਸਾਡਾ ਮਜ਼ਦੂਰੀ ਦਾ ਹੈ ਉਹ ਵੀ ਪੰਜਾਬ ਸਰਕਾਰ ਦੱਬੀ ਬੈਠੀ ਹੈ। ਲਗਭਗ 156 ਕਰੋੜ ਰੁਪਇਆ ਜਿਹੜਾ ਹੈ ਪੰਜਾਬ ਸਰਕਾਰ ਸਾਡਾ ਦੱਬੀ ਬੈਠੀ ਹੈ। ਤੇ ਫਿਰ ਜਵਾਬ ਕੀ ਆਉਂਦਾ ਜੇ ਪੁੱਛਦੇ ਹੋ? ਪੁੱਛਦੇ ਆ ਉਹ ਕਹਿੰਦੇ ਕੇਂਦਰ ਨੇ ਨਹੀਂ ਭੇਜਿਆ, ਜਦੋਂ ਕਿ ਕੇਂਦਰ ਇਹ ਸਾਰੀ ਅਦਾਇਗੀ ਦੇ ਚੁੱਕੀ ਹੈ ਤੇ ਖੁਦ ਆਪਣੇ ਕਿਸੇ ਹੋਰ ਕੰਮਾਂ ਦੇ ਵਿੱਚ ਵਰਤ ਚੁੱਕੇ ਆ। ਕੇਂਦਰ ਨੇ ਪੈਸੇ ਦੇਤੇ, ਇਹ ਚੀਜ਼ ਸਪਸ਼ਟ ਹੋਈ ਤੁਹਾਨੂੰ ਜਾਂ? ਹਾਂਜੀ ਆਰਟੀਆਈ ਸਾਡੇ ਪ੍ਰਦੇਸ਼ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਚੀਮਾ ਜੀ ਨੇ ਆਰਟੀਆਈ ਰਾਹੀਂ ਜਿਹੜੀ ਉੱਥੋਂ ਸੂਚਨਾ ਲਈ ਹੈ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ, ਲੈਟਰ ਦਿੱਤੇ ਹੈ ਕਿ ਅਸੀਂ 156 ਕਰੋੜ ਜਿਹੜਾ ਪੰਜਾਬ ਸਰਕਾਰ ਨੂੰ ਦੇ ਚੁੱਕੇ ਹਾਂ। ਇੱਕ ਚੀਜ਼ ਹੋਰ ਦੱਸੋ, ਜਿਹੜੀ ਸਿੱਧੀ ਅਦਾਇਗੀ ਵਾਲਾ ਰੌਲਾ ਚੱਲ ਰਿਹਾ ਉਹਦੇ ਵਿੱਚ ਐਕਚੁਅਲ ਫੈਕਟ ਕੀ ਆ ਕਿ ਜੇਕਰ ਸਿੱਧੀ ਅਦਾਇਗੀ ਹੋ ਜਾਂਦੀ ਆ ਤਾਂ ਉਹ 'ਚ ਸਮੱਸਿਆ ਕੀ ਆ, ਪਰੇਸ਼ਾਨੀ ਕੀ ਆਊਗੀ, ਆੜਤੀਆਂ ਨੂੰ ਕੀ ਦਿੱਕਤ ਆਊਗੀ? ਦੇਖੋ ਉਹਦੇ ਵਿੱਚ ਕਿਸਾਨਾਂ ਦੇ ਜਿਹੜਾ ਆੜਤੀ ਔਰ ਕਿਸਾਨ ਦਾ ਜਿਹੜਾ ਹੈਗਾ ਉਹ 9 ਮਾਸ ਦਾ ਰਿਸ਼ਤਾ ਹੈਗਾ। ਜਦ ਵੀ ਕਦੇ ਆੜਤੀ ਕਿਸਾਨ ਨੂੰ ਜ਼ਰੂਰਤ ਪੈਂਦੀ ਆ ਤਾਂ ਉਹ ਆੜਤੀ ਕੋਲ ਆਉਂਦਾ, ਕਿਸੇ ਵੀ ਕਿਸਮ ਦੀ ਜ਼ਰੂਰਤ ਪੈਂਦੀ ਹੈ, ਖਾਦ ਹੈ, ਸਪਰੇਅ ਹੈ, ਚਾਹੇ ਕੋਈ ਨਗਦ ਪੈਸਾ ਹੈ, ਉਹਦੇ ਘਰ ਦੇ ਫੰਕਸ਼ਨ ਹੈ, ਤਾਂ ਹਮੇਸ਼ਾ ਆੜਤੀ ਉਹਦੇ ਵਾਸਤੇ ਇੱਕ ATM ਦੀ ਤਰ੍ਹਾਂ ਕੰਮ ਕਰਦਾ ਹੈਗਾ। ਤੇ ਜਿਸ ਵੇਲੇ ਡਾਇਰੈਕਟ ਪੇਮੈਂਟ ਜਾਊਗੀ ਤਾਂ ਉਹਨੂੰ ਕੋਈ ਵੀ ਆੜਤੀ ਜਿਹੜਾ ਹੈਗਾ ਪੈਸਾ ਨਹੀਂ ਕਿਸਾਨ ਨੂੰ ਦੇਗਾ ਤੇ ਉਹਦੇ ਨਾਲ ਜਿਹੜੀ ਹੈ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਜਾਂਦੀਆਂ। ਪਰ ਉਹਦੇ ਵਿੱਚ ਜੀ ਬੀਜੇਪੀ ਦੇ ਲੀਡਰ ਜਿਹੜੀ ਗੱਲ ਕਹਿੰਦੇ ਨੇ, ਕਿਉਂਕਿ ਜਿੱਦਾਂ ਦਾ ਇਹ ਰੇੜਕਾ ਚੱਲਿਆ ਉਹਦੇ ਤੇ ਬੀਜੇਪੀ ਦੇ ਲੀਡਰ ਵੀ ਸਰਗਰਮ ਨੇ। ਉਹ ਕਹਿੰਦੇ ਆੜਤੀਏ ਜੇ ਇੰਨਾ ਜ਼ਿਆਦਾ ਹੇਜ ਕਰਦੇ ਆ ਕਿਸਾਨਾਂ ਦਾ ਤਾਂ ਆਖਰ ਉਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਕਿਸਾਨ ਕੋਲ ਪੈਸਾ ਆਜੂ, ਆੜਤੀ ਉਹਨੂੰ ਮੋੜ ਦੂਗਾ। ਉਹ ਸਿੱਧੀ ਸੈਂਟਰ ਨੂੰ ਕਿਉਂ ਕਹਿ ਰਹੇ ਨੇ? ਉਹ ਕਹਿੰਦੇ ਅਸੀਂ ਤਾਂ ਇੱਕ ਜਿਹੜਾ ਸਿਸਟਮ ਹੈ, ਰੀਤ ਬਦਲਣ ਦੀ ਲੋੜ ਹੈ, ਚੰਗੇ ਨੂੰ ਅੱਗੇ ਨੂੰ ਹੋਊਗੀ। ਬੀਜੇਪੀ ਦੇ ਲੀਡਰਾਂ ਦੇ ਤਰਕ ਨੇ। ਨਹੀਂ, ਐਸਾ ਬੀਜੇਪੀ ਦੇ ਕੋਈ ਲੀਡਰ ਦਾ ਤਰਕ ਨਹੀਂ ਹੈ। ਬਨੀਤ ਜੋਸ਼ੀ ਦੀ ਮੈਂ ਇੰਟਰਵਿਊ ਕਰੀ ਆ ਖੁਦ, ਮੇਰੇ ਉਹਦੇ 'ਚ ਕਿਹਾ ਉਹਨਾਂ ਨੇ, ਹਰਜੀਤ ਗਰੇਵਾਲ ਹੀ ਗੱਲ ਕਹਿੰਦੇ ਨੇ। ਬਨੀਤ ਜੋਸ਼ੀ ਦੇ ਆਪਣੇ ਵਿਚਾਰ ਹੋਣਗੇ, ਮੈਂ ਵੀ ਇੱਕ ਬੀਜੇਪੀ ਦਾ ਜ਼ਿੰਮੇਵਾਰ ਅਹੁਦੇਦਾਰ ਹਾਂ। ਇੱਦਾਂ ਦਾ ਬੀਜੇਪੀ ਦੀ ਜਿਹੜੀ ਸਾਡੀ ਪਾਰਟੀ ਹਾਈ ਕਮਾਂਡ ਹੈ ਉਹਨਾਂ ਦਾ ਕੋਈ ਵਿਚਾਰ ਨਹੀਂ ਹੈ ਐਸਾ। ਨਹੀਂ ਵੀ ਸਿੱਧੀ ਅਦਾਇਗੀ ਨੂੰ ਲੈ ਕੇ ਵੀ ਕਿਸਾਨਾਂ ਨੂੰ ਜਾਵੇ ਜਾਂ ਨਾ ਜਾਵੇ, ਜੇ ਤੁਸੀਂ ਬੀਜੇਪੀ ਦੇ ਖੁਦ ਦੇ ਹੋਗੇ ਤਾਂ ਫਿਰ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? ਤੁਸੀਂ ਆਪ ਹੀ ਵਿਰੋਧ ਕਰੀ ਜਾਂਦੇ ਹੋ। ਬੀਜੇਪੀ ਜਿਹੜੀ ਹੈਗੀ ਵਿਰੋਧ ਨਹੀਂ ਕਰਦੀ, ਉਹ ਕਹਿੰਦੇ ਚਾਹੇ ਅਦਾਇਗੀ ਕਿਸਾਨ ਦੀ ਮਰਜ਼ੀ ਹੈ, ਚਾਹੇ ਉਹ ਆੜਤੀ ਤੋਂ ਲੈ ਲਵੇ ਚਾਹੇ ਸਿੱਧੀ ਲੈ ਲਵੇ। ਤੇ ਫਿਰ ਉਹ ਦੂਜੇ ਪਾਸੇ ਉਹ ਕਿਉਂ ਪੱਖ ਪੂਰ ਰਹੇ ਨੇ ਦੂਜੀ ਚੀਜ਼ ਦਾ? ਉਹ ਉਹਨਾਂ ਦਾ ਆਪਣਾ ਪਰਸਨਲ ਉਹ ਹੋਊਗਾ, ਪਾਰਟੀ ਦਾ ਸਟੈਂਡ ਨਹੀਂ ਹੈ। 2 ਤੋਂ 3 ਵੱਡੇ ਲੀਡਰ ਤੁਸੀਂ ਉਹਨਾਂ ਨੂੰ ਸਰੇਆਮ ਲਾਂਭੇ ਕਰੀ ਜਾਂਦੇ ਹੋਗੇ। ਉਹਨਾਂ ਦਾ ਆਪਣਾ ਪੱਖ ਹੋਊਗਾ, ਯਾਨੀ ਕਿ ਪਾਰਟੀ ਦੀ ਇਹ 'ਚ ਕੋਈ ਰਜ਼ਾਮੰਦੀ ਨਹੀਂ ਹੈਗੀ। ਕੋਈ ਪਾਰਟੀ ਪ੍ਰੋਫੈਸ਼ਨਲ ਸਟੇਟ ਲਾਗੂ ਹੀ ਕਰ ਰਿਹਾ ਅੱਗੇ ਨੂੰ ਸਿਸਟਮ ਕਿਹੜਾ ਸਿੱਧੀ ਅਦਾਇਗੀ ਵਾਲਾ। ਸਿੱਧੀ ਅਦਾਇਗੀ ਤਾਂ ਸਟੇਟ ਰੌਲਾ ਪਾਈ ਜਾਂਦੀ ਹੈ, ਕਿਸਾਨ ਰੌਲਾ ਪਾਈ ਜਾਂਦੇ ਆ, ਤੁਸੀਂ ਕਹਿੰਦੇ ਠੀਕ ਹੈ ਵੀ ਆਪਦੀ ਅਦਾਇਗੀ ਚ ਕਿਸਾਨ ਨੇ ਤਾਂ ਨਹੀਂ ਕਿਸੇ ਨੇ ਰੌਲਾ ਪਾਇਆ, ਕਿਸਾਨਾਂ ਨੇ ਤਾਂ ਆਪ ਸਿੱਧੀ ਅਦਾਇਗੀ ਤੋਂ ਉਹ ਕਰ ਰਹੇ ਨੇਗੇ, ਗੁਰੇਜ ਕਰ ਰਹੇ ਨੇ ਨਾ। ਕਰ ਰਹੇ ਨੇ। ਇਹ ਤਾਂ ਕਹਿੰਦੇ ਕੋਈ ਉਹਦੇ 'ਚ ਮਰਜ਼ੀ ਹੈ ਕਿ ਕਿਸਾਨ ਦੀ ਵੀ ਚਾਹੇ ਸਾਡੇ ਵਿੱਚ ਦੀ ਲੈ ਲੇ, ਇਹੋ ਜੀ ਤਾਂ ਕੋਈ ਗੱਲ ਹੀ ਨਹੀਂ। ਉਹ ਤਾਂ ਸਿੱਧੀ ਅਦਾਇਗੀ ਜੀ ਸਾਨੂੰ ਕੋਈ ਉਹ ਨਹੀਂ ਹੈਗੀ ਜੇ ਕਿਸਾਨ ਸਿੱਧੀ ਵੀ ਇਹ ਐਕਟ ਤਾਂ ਬਾਦਲ ਸਰਕਾਰ ਵੇਲੇ ਦਾ ਬਣਿਆ ਹੋਇਆ ਹੈਗਾ। ਉਹਨਾਂ ਨੇ ਵੀ ਬਾਦਲ ਸਾਹਿਬ ਨੇ ਇਹ ਆਖਿਆ ਸੀਗਾ ਜਿਹਨੇ ਸਿੱਧੀ ਅਦਾਇਗੀ ਲੈਣੀ ਹੈ ਉਹ ਕਿਸਾਨ ਲੈ ਸਕਦਾ ਹੈਗਾ। ਉਸ ਟਾਈਮ ਵੀ 2 ਕਿਸਾਨਾਂ ਨੇ ਤਾਂ ਆਪਣੇ ਲੱਖੇਵਾਲ ਸਾਹਿਬ ਜੀ ਨੇ ਲੈਤੀ ਸੀ। ਇਸ ਵਾਰ ਤਾਂ ਸੈਂਟਰ ਨੇ ਇਹ ਗੱਲ ਕਹਿਤੀ ਨਾ ਜੀ ਕਿ ਇਸ ਤਾਂ ਸਿੱਧੇ ਪੈਸੇ ਪਾਵਾਂਗੇ, ਸਾਨੂੰ ਪੂਰੀ ਜਮਾਬੰਦੀ ਦਿਓ ਨਾ। ਪਹਿਲੇ ਇਹਦਾ ਰਿਜ਼ਲਟ ਦੇਖੋ, ਪਹਿਲਾਂ ਕਿਸਾਨਾਂ ਨੇ ਲੈਤੀ, ਕਿਸੇ ਨੇ ਸਿੱਧੀ ਅਦਾਇਗੀ। ਮੇਰੀ ਗੱਲ ਨਹੀਂ ਸਮਝ ਰਹੇ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰ ਕਰਦਾ। ਮੇਰਾ ਸਵਾਲ ਇਹ ਆ ਕਿ ਸੈਂਟਰ ਤਾਂ ਇਹ ਗੱਲ ਕਹਿ ਰਿਹਾ ਸੀ ਸਿੱਧੀ ਅਦਾਇਗੀ ਪਾਵਾਂਗੇ, ਸਾਨੂੰ ਤੁਸੀਂ ਚੀਜ਼ਾਂ ਦਿਓ। ਤੁਸੀਂ ਸਹਿਮਤ ਹੋ ਉਹਦੇ ਨਾਲ ਜਾਂ ਨਹੀਂ ਹੋਗੇ? ਸਾਨੂੰ ਅਸੀਂ ਜੇ ਕਿਸਾਨ ਬੀਜੇਪੀ ਦੇ ਲੀਡਰ ਹੋਣ ਦੇ ਬਜਾਏ ਵਿੱਚ ਹੀ ਖੜੇ ਕਿ ਤੁਸੀਂ ਆੜਤੀਆਂ ਦੇ ਕਹਿ ਰਹੇ ਹੋ ਕਿ ਕਹਿੰਦੇ ਨਹੀਂ ਇਹ ਜੀ ਤਾਂ ਕੋਈ ਗੱਲਬਾਤ ਨਹੀਂ। ਕਿਉਂ ਨਹੀਂ ਹੈਗੀ ਇਹ ਜੀ ਗੱਲਬਾਤ? ਸਿੱਧੀ ਗੱਲਬਾਤ ਹੈ ਜਿਹੜੀ ਪੰਜਾਬ ਸਰਕਾਰ ਨੇ ਕਰਿਆ ਤਾਂ ਬਾਕੀ ਸਾਨੂੰ ਅਦਾਇਗੀ ਨਾਲ ਕੋਈ ਫਰਕ ਨਹੀਂ ਹੈਗਾ। ਸਾਨੂੰ ਜਿਹੜਾ ਕਿਸਾਨ ਕੋਲ ਵੀ ਚੱਲ ਜਾਏ ਕੋਈ ਦਿੱਕਤ ਨਹੀਂ। ਕਿਸਾਨ ਲੈ ਕੇ ਖੁਸ਼ ਲੈਣਾ ਚਾਹੁੰਦਾ ਖੁਸ਼ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਸਾਡਾ ਜਿਹੜਾ ਮੇਨ ਉਹ ਹੈ, ਇੱਕ ਤਾਂ ਜਿਹੜਾ ਫਰਦਾਂ ਵਾਲਾ ਕਰਿਆਗਾ, ਇੱਕ ਸਾਡਾ ਅੱਜ ਦਾ ਮੇਨ ਧਰਨਾ ਹੈ ਉਹ 131 ਕਰੋੜ ਦੇ ਖਿਲਾਫ ਹੈਗਾ। ਉਹ ਤਾਂ ਨਾਲੋਂ ਨਾਲ ਇਸ਼ੂ ਚੱਲ ਰਹੇ ਨੇ ਨਾ ਜੀ। ਜੇ ਤੁਸੀਂ ਕਹੋ ਕਿ ਕੱਲ੍ਹ ਨੂੰ ਸੈਂਟਰ ਕਹਿੰਦਾ ਵੀ ਇਸ ਤਾਂ ਕਿਸਾਨ ਨੂੰ ਸਿੱਧੀ ਪਾਵਾਂਗੇ, ਉਹਦੇ ਵਿੱਚ 2 ਚੀਜ਼ਾਂ ਨੇ। ਇੱਕ ਤਾਂ ਉਹਨਾਂ ਨੇ ਰਿਕਾਰਡ ਮੰਗ ਲਿਆ, ਕਿਸਾਨ ਵੀ ਹਾਲਾਂਕਿ ਇਸ ਚੀਜ਼ ਦੇ ਖਿਲਾਫ ਹੈ। ਉਹ ਕਹਿੰਦਾ ਅਸੀਂ ਸਿੱਧੇ ਲੈਣੇ ਨਹੀਂ, ਸਾਡੇ ਆੜਤੀਆ ਜਿਹੜਾ ਕਿ ਜਿਵੇਂ ਤੁਸੀਂ ਕਿਹਾ ਵੀ ATM ਹੈ। ਪਰ ਫੈਸਲੇ ਦੀ ਗੱਲ ਹੁੰਦੀ ਹੈ ਕਿ ਜਦੋਂ ਸੈਂਟਰ ਇਹ ਫੈਸਲਾ ਕਰਦਾ ਤੁਸੀਂ ਉਹਦੇ ਹੱਕ 'ਚ ਹੋ ਜਾਂ ਵਿਰੋਧ 'ਚ ਹੋਗੇ? ਨਹੀਂ, ਕਿਸਾਨ ਦੀ ਮਰਜ਼ੀ ਹੈ। ਕਿਸਾਨ ਚਾਹਵੇ ਤਾਂ ਆੜਤੀਏ ਤੋਂ ਲੈ ਲਵੇ, ਕਿਸਾਨ ਚਾਹਵੇ ਤਾਂ ਡਾਇਰੈਕਟ ਪੇਮੈਂਟ ਲੈ ਲਵੇ।
ਇਹ ਤਾਂ ਛੱਡੀਏ ਸੈਂਟਰ ਨੇ, ਅਕਾਲੀ ਭਾਜਪਾ ਸਰਕਾਰ ਨੇ ਵੀ ਤਾਂ ਇਹੀ ਅਕਾਲੀ ਭਾਜਪਾ ਨੂੰ ਛੱਡੋ, ਸੈਂਟਰ ਨੇ ਛੱਡੀ ਹੈ। ਨਹੀਂ ਇਹ ਜਿਹੜੀ ਕਹਿ ਰਹੇ ਹੋ, ਇਹ ਜਿਹੜੀ ਗੱਲ ਕਹਿ ਰਹੇ ਨੇ, ਇਹ ਤੁਹਾਨੂੰ ਸਮਝ ਲੱਗੀ ਕਿ ਇਹ ਗੱਲ ਜਿਹੜੀ ਕਹੀ ਪਾਰਟੀ ਵਾਈ ਦਾ ਉੱਪਰ ਉੱਠ ਕੇ ਗੱਲ ਕਰਨ ਜਿਹੜੀ ਵੀ ਇਹਨਾਂ ਨੇ ਕਰਨੀ ਆ, ਕੋਈ ਗੱਲ ਨਹੀਂ ਭਾਜਪਾ ਦਾ ਮਤਲਬ ਜਿਹੜੇ ਕਿਸਾਨ ਇਹਦਾ ਕੋਈ ਮਸਲਾ ਨਹੀਂ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਵਿੱਚ ਖੜ ਕੇ ਆੜਤੀਆਂ ਦੇ ਇਹ ਗੱਲ ਕਹਿ ਰਹੇ ਹੋ, ਕੋਈ ਆਪਸ਼ਨ ਕੋਈ ਨਹੀਂ ਸੈਂਟਰ ਵੱਲੋਂ। ਤੇ ਦੂਸਰੀ ਗੱਲ ਤੁਹਾਨੂੰ ਦੱਸਦਾ, ਤੁਹਾਡੇ ਖੁਦ ਦੇ ਲੀਡਰ ਇਹ ਗੱਲ ਕਹਿ ਰਹੇ ਨੇ, ਤੁਸੀਂ ਦੋਨੇ ਪਾਸੇ, ਇੱਕ ਪਾਸੇ ਤਾਂ ਆਪਦੇ ਲੀਡਰ ਲਾਂਬੇ ਕਰਤੇ, ਦੂਜੇ ਪਾਸੇ ਤੁਸੀਂ ਤਮਾਮ ਆੜਤੀਆਂ 'ਚ ਖੜੇ ਕਹੀ ਜਾਂਦੇ ਹੋ, ਕਹਿੰਦੇ ਨਹੀਂ ਇਹ ਜੀ ਗੱਲ ਹੀ ਕੋਈ ਨਹੀਂ। ਜਿਹੜੀ ਸਿੱਧੀ ਅਦਾਇਗੀ ਆ ਨਾ, ਉਸ ਸਿੱਧੀ ਅਦਾਇਗੀ ਨੂੰ ਬਹੁਤ ਸਾਰੇ ਕਿਸਾਨ ਨਹੀਂ ਮੰਨਦੇ। ਇਸ ਲਈ ਕਿਉਂਕਿ ਉਹਨਾਂ ਦੀ ਜਿਹੜੀ ਫਸਲ ਜਦੋਂ ਮੰਡੀਆਂ ਵਿੱਚ ਆ ਜਾਂਦੀ ਆ, ਉਹਨਾਂ ਦੀ ਸਾਂਭ ਸੰਭਾਲ ਆ ਜਿਹੜੀ ਸਰਕਾਰ ਨਹੀਂ ਕਰਦੀ, ਬਕਾਇਦਾ ਬਲਕਿ ਆੜਤੀਆ ਕਰਦਾ। ਕਿਉਂ ਜਦੋਂ ਮੀਂਹ ਆ ਜਾਂਦਾ, ਤਰਪਾਲਾਂ ਪਾਉਣੀਆਂ, ਪੱਖੇ ਲਾਉਣੇ, ਠੀਕ ਆ ਜੀ। ਤੇ ਉਹ ਜੇ ਕਿਸਾਨ ਚਾਹੁੰਦੇ ਨੇ ਵੀ ਅਸੀਂ ਆੜਤੀ ਨੂੰ ਚੈੱਕ ਲਾਂਗੇ, ਆੜਤੀ ਚੈੱਕ ਦੇਣ ਨੂੰ ਤਿਆਰ ਆ, ਠੀਕ ਆ ਨਹੀਂ ਜੀ। ਉਹਦੇ ਬਾਅਦ ਦੇ ਵਿੱਚ ਜੇ ਕਿਸਾਨ ਬਿਲਕੁਲ ਮੰਨ ਨਹੀਂ ਰਿਹਾ ਇਹ ਸਿੱਧੀ ਅਦਾਇਗੀ ਨੂੰ, ਕਿਉਂਕਿ ਉਹਨਾਂ ਨੇ ਆਪ ਮੰਡੀਆਂ ਦੇ ਵਿੱਚ ਰੁੱਝ ਜਾਣਾ। ਬਿਲਕੁਲ ਅਸੀਂ ਵੀ ਇਹੀ ਗੱਲ ਕਹਿ ਰਹੇ ਆ ਵੀ ਕਿਸਾਨ ਕਹਿੰਦਾ ਵੀ ਨਹੀਂ, ਮੇਰਾ ਆੜਤੀਏ ਨਾਲ ਜਿਹੜਾ ਪੁਰਾਣਾ ਰਿਸ਼ਤਾ ਉਹ ਬਣਿਆ ਰਹਿਣਾ ਚਾਹੀਦਾ, ਪਰ ਸਰਕਾਰ ਇਹ ਰਿਸ਼ਤਾ ਥੋਪਣ ਨੂੰ ਫਿਰਦੀ ਹੈ ਸੈਂਟਰ ਦੀ। ਸਦੀਆਂ ਤੋਂ ਪੁਰਾਣਾ ਰਿਸ਼ਤਾ ਇੱਕ ਕਿਸਾਨ ਤੇ ਆੜਤੀਏ ਦਾ 9 ਮਾਸ ਦਾ ਰਿਸ਼ਤਾ। ਇਹਦੇ ਵਿੱਚ ਇਹ ਗੱਲ ਇਹੀ ਹੈ ਕਿ ਜਿਹੜੇ ਸੈਂਟਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ, ਉਹਨਾਂ ਇੱਕੋ ਇੱਕ ਮਕਸਦ ਆ ਵੀ ਜਿਹੜੀ ਆੜਤੀਏ ਨੇ ਉਹਨਾਂ ਨੂੰ ਸਾਈਡ ਤੇ ਬਾਹਰ ਕੱਢਿਆ ਜਾਵੇ। ਤੇ ਕਿਸਾਨਾਂ ਨੂੰ ਇਸ ਗੱਲ ਦਾ ਡਰ ਆ ਵੀ ਜੇ ਕਿਸਾਨ ਤੇ ਆੜਤੀਆ ਬਾਹਰ ਨਿਕਲ ਗਿਆ ਮੰਡੀਆਂ ਦੇ ਵਿੱਚੋਂ, ਤਾਂ ਸਾਡੀ ਫਸਲ ਆ ਜਿਹੜੀ ਉਹ ਸੜਕਾਂ ਤੇ ਰੁੜ ਜੂ, ਉਹਨੂੰ ਕੋਈ ਸਾਂਭ ਸੰਭਾਲ ਨਹੀਂ। ਸਵਾਲ ਸਮਝੇ ਮੈਂ ਕੀ ਗੱਲ ਕਰੀ ਸੀ, ਤੁਸੀਂ ਸਵਾਲ ਸਮਝੇ ਪਹਿਲਾਂ ਵੀ ਕੀ ਗੱਲ ਕੀਤੀ ਸੀ ਵੀ ਸੈਂਟਰ ਜਿਹੜਾ ਕਹਿ ਰਿਹਾ ਹੈ ਇਹ ਗੱਲ ਵੀ ਜਮਾਬੰਦੀਆਂ ਮੰਗ ਰਿਹਾ, ਪੂਰਾ ਰਿਕਾਰਡ ਮੰਗ ਰਿਹਾ, ਉਹਦਾ ਕਾਰਨ ਕੀ ਹੈ ਕਿ ਅਸੀਂ ਆੜਤੀ ਨੂੰ ਕਹਿੰਦੇ ਅਸੀਂ ਆੜਤੀਆਂ ਵਾਲਾ ਸਿਸਟਮ ਖਤਮ ਕਰ ਦੇਣਾ। ਬੀਜੇਪੀ ਦੇ ਲੀਡਰ ਦੁਸ਼ਯੰਤ ਗੌਤਮ ਨੇ ਕਿਹਾ ਸੀ, ਤੁਹਾਨੂੰ ਤਾਂ ਸ਼ਾਇਦ ਪਤਾ ਹੋਊਗਾ ਜਦ ਤੁਸੀਂ ਕਹਿੰਦੇ ਹੋ ਮੈਂ ਬੀਜੇਪੀ ਦਾ ਲੀਡਰ ਹਾਂ, ਉਹ ਕਹਿੰਦੇ ਹਮ ਕਿਸਾਨों को चंगुल से निकाल रहे हैं, बंधुआ मजदूरी से निकाल रहे हैं। किहदे तर्क च क्या फिर कौन है बंधुआ मजदूर किहने बनाया? ਕਿਸਾਨਾਂ ਨੂੰ ਬਣਾਇਆ ਗਿਆ। ਇਹ ਜਿਹੜਾ ਇਹ ਗੱਲ ਕਹਿਣਾ ਚਾਹੁੰਦੇ ਨੇ ਨਾ ਉਹ। ਆੜਤੀ ਬਿਲਕੁਲ ਇਸ ਫਰਮਾਨ ਦੇ ਖਿਲਾਫ ਹੈ ਜਿਹੜਾ ਆੜਤੀ ਨੂੰ ਸਾਈਡ ਤੇ ਕਰਨਾ ਚਾਹ ਰਹੇ ਨੇ। ਨਾ ਹੀ ਕਿਸਾਨ ਚਾਹੁੰਦਾ ਵੀ ਮੈਂ ਆੜਤੀ ਤੋਂ ਅਲੱਗ ਹੋਵਾਂ। ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਇੱਕ ਪਾਸੇ ਤੁਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋ ਤੇ ਦੂਸਰੇ ਪਾਸੇ ਤੁਸੀਂ ਜਦੋਂ ਆੜਤੀਆਂ ਨੂੰ ਅਸੀਂ ਕਿਸਾਨਾਂ ਨੂੰ ਸਿੱਧੀ ਪੇਮੈਂਟ ਹੋ ਰਹੀ ਤਾਂ ਆੜਤੀ ਕਿਉਂ ਰੌਲਾ ਪਾਉਂਦਾ? ਉਹਦਾ ਕਾਰਨ ਇਹ ਹੈ ਜੀ, ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਮੈਕਸਿਮਮ ਕਿਸਾਨ ਠੀਕ ਹੈ, ਪੇਮੈਂਟ ਸਾਨੂੰ ਵਾਪਸ ਮੋੜ ਜਾਣਗੇ, ਕੋਈ ਪ੍ਰੋਬਲਮ ਨਹੀਂ ਹੈਗੀ। ਕੁਝ ਵਿੱਚੋਂ ਗਲਤ ਬੰਦੇ ਵੀ ਹੁੰਦੇ ਨੇ। ਅਸੀਂ ਆੜਤੀ ਕਿਸਾਨਾਂ ਨੂੰ ਇੱਕ ATM ਦੀ ਤਰ੍ਹਾਂ, ਉਹਦੇ ਕੋਈ ਬੱਚੇ ਦਾ ਵਿਆਹ ਹੈ, ਕੋਈ ਮਰਗਤ ਹੈ, ਆਉਂਦੀ ਹੈ ਪੈਸਾ ਦਿੰਦੇ ਹੋ ਤੁਸੀਂ? ਬਿਲਕੁਲ ਅਸੀਂ ਦਿਨ ਰਾਤ, ਬੈਂਕ ਦਾ ਵੀ ਇੱਕ ਟਾਈਮ ਹੈ ਸਰ, 10 ਵਜੇ ਤੋਂ 5 ਵਜੇ ਤੱਕ ਦਾ ਟਾਈਮ ਹੈ। ਸਾਡਾ ਕੋਈ ਟਾਈਮ ਨਹੀਂ। ਕਿਸਾਨ ਨੂੰ ਜਦੋਂ ਵੀ ਲੋੜ ਪੈਂਦੀ ਹੈ ਅਸੀਂ ਉਹਦੇ ਵਾਸਤੇ ਹਰਦਮ ਤਿਆਰ ਰਹਿੰਦੇ ਹਾਂ। ਤਾਂ ਜੇ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਜਾਵੇ, ਸੈਂਟਰ ਗਵਰਨਮੈਂਟ ਦਾ PFMS ਇੱਕ ਪੋਰਟਲ ਸਿਸਟਮ ਹੈ, ਉਹਦੇ ਵਿੱਚ ਵੀ ਅਸੀਂ ਅਦਾਇਗੀ ਬਿਲਕੁਲ ਕਲੀਅਰ, ਚੈੱਕ ਨੰਬਰ ਤੇ ਡੇਟ, ਅਮਾਉਂਟ ਸਾਰਾ ਕਲੀਅਰ ਉਹਦੇ ਵਿੱਚ ਫੀਡ ਕਰਦੇ ਹਾਂ ਕਿ ਉਹ ਕਿਸਾਨ ਦੇ ਖਾਤੇ 'ਚ ਚਲੀ ਗਈ। ਜਦੋਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਕੋਈ ਵੀ ਹੈ, ਜਦੋਂ ਇੱਕ ਪੋਰਟਲ ਦੇ ਉੱਪਰ ਅਸੀਂ ਕਲੀਅਰ ਕਰ ਚੁੱਕੇ ਵੀ ਅਸੀਂ ਕਿਸਾਨ ਨੂੰ ਉਹਦੀ ਪੇਮੈਂਟ ਦੇ ਚੁੱਕੇ, ਕੋਈ ਕਿਸਾਨ ਵੱਲੋਂ ਸ਼ਿਕਾਇਤ ਨਹੀਂ ਪਹੁੰਚੀ, ਫਿਰ ਸਾਨੂੰ ਆੜਤੀਆਂ ਨੂੰ ਪੇਮੈਂਟ ਕਰਨ ਤੋਂ ਸੈਂਟਰ ਕਿਉਂ ਕਰਨਾ ਚਾਹੁੰਦਾ ਜੀ ਇਹ ਚੀਜ਼? ਇਸੇ ਗੱਲ ਦਾ ਅਸੀਂ ਰੋਸ਼ ਕਰਦੇ ਹਾਂ। ਜੇ ਸੈਂਟਰ ਕਰਨਾ ਚਾਹੁੰਦਾ, ਅਸੀਂ ਰੋਸ਼ ਵੀ ਤਾਂ ਹੀ ਕਰ ਰਹੇ ਹਾਂ ਨਾ। ਇਹ ਰੋਸ਼ ਦਾ ਕਾਰਨ ਵੀ ਇਹੀ ਹੈ। ਇੱਕ ਸਾਡਾ ਪਿਛਲਾ 131 ਕਰੋੜ ਰੁਪਏ ਜਿਹੜਾ ਰੁਕਿਆ ਪਿਆ, ਮੇਨ ਉਹ ਵੀ ਹੈ, ਤੇ ਨਾਲ ਜਿਹੜਾ ਆੜਤੀਆਂ ਨੂੰ ਵਿੱਚੋਂ ਕੱਢਿਆ ਜਾ ਰਿਹਾ, ਉਸ ਕਰਕੇ ਹੀ ਇਹ ਰੋਸ਼ ਪ੍ਰਦਰਸ਼ਨ ਚੱਲ ਰਹੇ ਨੇ। ਅੱਜ ਅਸੀਂ ਜਿਹੜਾ ਧਰਨਾ ਦਿੱਤਾ, ਆੜਤੀਆ ਵੀਰ ਨੂੰ ਸਮਝਾਓ ਨਾਲ, ਸ਼ਾਇਦ ਉਹਨਾਂ ਨੇ ਕੁਝ ਆੜਤੀ ਵੀਰਾਂ ਨੂੰ ਨੌਲੇਜ ਨਹੀਂ ਹੁੰਦੀ, ਇਸ ਕਰਕੇ ਵੀ ਇਹ ਜਿਹੜਾ ਡਾਇਰੈਕਟ ਪੇਮੈਂਟ ਵਾਲਾ ਨਾ, ਇਹਦਾ ਨਾਦਰਸ਼ਾਹੀ ਫਰਮਾਨ ਹੈ। ਉਹਦੇ 'ਚ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਪਿਛਲੇ ਸਾਲ ਇਹਨਾਂ ਨੂੰ ਦਿੱਤਾ ਸੀਗਾ ਹਰਿਆਣੇ ਵਾਲਿਆਂ ਨੂੰ, ਉਹਨਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਜਿਹੜਾ ਜ਼ਿਮੀਂਦਾਰ ਲੈਣੀ ਚਾਹੁੰਦਾ ਉਹ ਲੈ ਲੇ, ਤੇ ਜਿਹੜਾ ਨਹੀਂ ਲੈਣੀ ਚਾਹੁੰਦਾ ਆੜਤੀਏ ਥਰੂ ਲੈਣੀ ਚਾਹੁੰਦਾ ਉਹ ਲੈ ਲੇ। ਉਹਨਾਂ ਨੇ ਦੋਹੇ ਆਪਸ਼ਨ ਦੇਤੇ। ਅਸੀਂ ਕਹਿੰਦੇ ਤੁਸੀਂ ਇੱਥੇ ਵੀ ਦੇ ਦਿਓ, ਜੇ ਕੋਈ ਜ਼ਿਮੀਂਦਾਰ ਮੰਨੂਗਾ, ਕਿਸਾਨ ਮੰਨਦਾ ਹੈ ਵੀ ਅਸੀਂ ਮੈਂ ਸਿੱਧੀ ਲੈਣੀ ਹੈ, ਉਹ ਲੈ ਲੇ। ਜਿਹੜਾ ਕਿਸਾਨ ਇਹ ਕਹਿੰਦਾ ਵੀ ਮੈਂ ਆੜਤੀਏ ਥਰੂ ਲੈਣੀ ਹੈ, ਉਹ ਤਾਂ ਸਾਡੇ ਥਰੂ ਦੇਣ ਨਾ। ਆਫਟਰ ਆਲ ਤਾਂ ਉਹ ਭਲੇ ਵਾਸਤੇ ਕਿਹਦੇ ਵਾਸਤੇ ਕਰ ਰਹੇ ਆ? ਕਿਸਾਨ ਵਾਸਤੇ। ਤੇ ਕਿਸਾਨ ਹੀ ਜਦੋਂ ਉਸ ਚੀਜ਼ ਤੇ ਰਾਜੀ ਨਹੀਂਗਾ ਤੇ ਫਿਰ ਇਹ ਕਿਉਂ ਪੰਗੇ ਲੈਂਦੇ ਨੇ? ਕੇਂਦਰ ਨੇ ਅਜੇ ਟਾਈਮ ਹੀ ਫੈਸਲਾ ਸੁਣਾਉਣ ਦੀ ਜਿਹੜੀ ਉਹਨਾਂ ਨੇ ਕਾਲੀ ਕਰੀ, ਕੀ ਲੱਗਦਾ ਕਿ ਜਿਹੜਾ ਅੰਦੋਲਨ ਹੈ, ਅੰਦੋਲਨ ਚ ਆੜਤੀਏ ਨਾਲ ਨੇ ਕਿਸਾਨਾਂ ਦੇ? ਉਹਦਾ ਕਾਰਨ ਇਹ ਹੋ ਸਕਦਾ ਹੈ ਵੀ ਸ਼ਾਇਦ ਹੋ ਸਕਦਾ ਹੈ ਵੀ ਆੜਤੀਏ ਤੇ ਕਿਸਾਨ ਅੱਡੋ ਫੱਟੀ ਹੋ ਜਾਣਗੇ, ਪਰ ਉਹ ਕੰਮ ਨਹੀਂ ਹੋਊਗਾ। ਉਹਨਾਂ ਨੇ ਇੱਕ ਚਾਲਾਂ ਚੱਲਣੀਆਂ ਹੁੰਦੀਆਂ, ਕਦੇ ਹਿੰਦੂ ਸਿੱਖ ਵਾਲਾ ਚੱਲਤਾ, ਕਦੇ ਖਾਲਿਸਤਾਨ ਵਾਲਾ ਚੱਲਤਾ, ਕਦੇ ਮੁਸਲਮਾਨਾਂ ਵਾਲਾ ਚੱਕ, ਕਦੇ ਨਕਸਲਾਈਟਾਂ ਵਾਲਾ ਚੱਕਤਾ। ਇਹ ਸਿਰਫ ਸੈਂਟਰ ਗਵਰਨਮੈਂਟ ਦੀਆਂ ਚਾਲਾਂ ਹੈ, ਸਾਡੇ ਭਰਾਵਾਂ ਦੇ ਅੰਦੋਲਨ ਨੂੰ ਤੋੜਨ ਵਾਸਤੇ ਤੇ ਸਾਡੇ ਅੰਦੋਲਨ ਨੂੰ ਤੋੜਨ ਵਾਸਤੇ। ਉਹਦੇ 'ਚ ਪੇਮੈਂਟ ਵਾਲਾ ਜਿਹੜਾ ਹੁਣ ਇਹਨਾਂ ਨਵਾਂ ਫਰਮਾਨ ਜਾਰੀ ਕੀਤਾ, ਜਿਵੇਂ ਉਹਨਾਂ ਨੇ ਕਿਹਾ ਫਰਦਾਂ ਲਾਓ,
ਪੰਜਾਬ ਦਾ 40% ਜਿਹੜਾ ਜ਼ਿਮੀਂਦਾਰ ਹੈ ਇਸ ਟਾਈਮ ਜਾਂ ਕਿਸਾਨ ਹੈ, ਉਹ ਜਿਹੜੇ NRI ਉਹਨਾਂ ਦੀਆਂ ਪੈਲੀਆਂ ਵਾਹ ਰਿਹਾ, ਉਹ ਕਿਵੇਂ ਸੂਤ ਆਊਗਾ? ਅੱਛਾ, ਨੰਬਰ 2 ਮੈਂ ਇੱਕ ਹੋਰ ਨੁਕਤਾ ਚੱਕਦਾ ਹਾਂ ਵੀ ਕਿਸੇ ਵੀ ਜ਼ਿਮੀਂਦਾਰ ਦੀ ਹਜੇ ਤਾਈਂ ਤਕਸੀਮ ਨਹੀਂ ਹੋਈ ਵੀ, ਕਿਸੇ ਦੇ ਚਾਚੇ ਦੇ ਨਾਂ ਪਈ ਹੈ, ਕਿਸੇ ਦੇ ਦਾਦੇ ਦੇ ਨਾਂ ਤੇ ਪਈ ਹੈ, ਬਜ਼ੁਰਗਾਂ ਦੇ ਨਾਂ ਪਈਆਂ। ਪਹਿਲਾਂ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਸਭ ਤੋਂ ਪਹਿਲਾਂ ਤਕਸੀਮਾਂ ਕਰੇ। ਜਦੋਂ ਦੂਜੇ ਦੀ ਪੈੜੀ ਦਾ ਦੂਜੇ ਭਰਾ ਦੇ ਨਾਂ ਤੇ ਜਾਂਦਾ ਰਿਹਾ ਤੇ ਫਿਰ ਰੌਲੇ ਨਾ ਪੈਣਗੇ, ਇੱਥੇ ਕੱਟਾ ਵੱਢੀ ਹੋਊਗੀ। ਇਸ ਕਰਕੇ ਇਹ ਸੈਂਟਰ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹ ਖਾਨਾ ਜੰਗੀ ਨਾ ਕਰੀਏ, ਇੱਥੇ ਇਹਨਾਂ ਨੂੰ ਜਿਉਣ ਦਈਏ ਤੇ ਸਮੂਥ ਤਰੀਕੇ ਨਾਲ ਜਿਉਣ ਦਈਏ। ਜੇ ਕਰਕੇ ਕੁਦਰਤੀ ਵੀ ਜਿਹੜੇ ਠੇਕੇ ਤੇ ਲੈ ਲਈ ਉਹ ਪੈਸੇ ਪਹਿਲਾਂ ਦੇ ਬੈਂਦਾ ਹੈ, ਮੁੜ ਕੇ ਪੇਮੈਂਟ ਵੀ ਉਹਦੇ ਨਾਂ ਤੇ ਜਾਂਦੀ ਰਹੀ ਮਾਲਕ ਦੇ, ਉਹਨੇ ਵਾਪਸ ਨਾ ਦਿੱਤੀ, ਫਿਰ ਕੀ ਹੋਊਗਾ? ਫਿਰ ਲੜਾਈਆਂ ਝਗੜੇ ਹੋਣਗੇ। ਇਸ ਕਰਕੇ ਮੈਂ ਨਾ ਜੇ ਗਵਰਨਮੈਂਟ ਇਹ ਵੀ ਕਰਦੀ ਹੈ, ਕੋਈ ਗੱਲ ਨਹੀਂ ਕਰੇ, ਪਰ ਪਹਿਲਾਂ ਉਹਨਾਂ ਚੀਜ਼ਾਂ ਵਾਸਤੇ ਉਹੋ ਜਿਹੇ ਪਲੇਟਫਾਰਮ ਤਿਆਰ ਕਰੇ ਕਿ ਉਹ ਸਿਸਟਮ ਕਿ ਹਾਂ ਮੈਕੈਨਿਜ਼ਮ ਉਹੋ ਜਿਹਾ ਹੋ ਜੇ। ਇਸ ਗਵਰਨਮੈਂਟ ਨੇ ਤਾਂ ਇਹ ਕਰਤਾ ਨਾ ਵੀ ਕੋਈ ਵੀ ਚੀਜ਼ ਲਾਗੂ ਕਰਨੀ ਆ ਤਾਂ ਉਹ ਇਹਨਾਂ ਨੇ ਧੱਕੇ ਨਾਲ ਲਾਗੂ ਕਰ ਹੀ ਦੇਣੀ ਹੈ। ਇਹਨਾਂ ਨੇ ਇਹ ਨਹੀਂ ਦੇਖਣਾ। ਪਹਿਲਾਂ ਜਿਵੇਂ ਨੋਟਬੰਦੀ ਕੀਤੀ, ਉਦੋਂ ਇਹਨਾਂ ਨੇ ਕੋਈ ਪਲਾਟ ਤਿਆਰ ਨਹੀਂ ਕੀਤਾ ਸੀਗਾ, ਅੱਧੀ ਰਾਤ ਨੂੰ ਕਰਤੀ। ਉਦੋਂ ਬਾਅਦ ਆ ਗਿਆ GST ਵੇਲੇ ਲੋਕ ਬੋਲੇ ਨਹੀਂ, GST ਦਾ ਕੋਈ ਪਲੇਟਫਾਰਮ ਨਹੀਂ ਸੀ ਇਹਨਾਂ ਕੋਲੇ। ਉਹੀ ਅੱਜ ਅਮੈਂਡਮੈਂਟ ਕਰ ਦਿਓ, ਕੱਲ੍ਹ ਅਮੈਂਡਮੈਂਟ ਕਰ ਦਿਓ, ਪਰਸੋਂ ਅਮੈਂਡਮੈਂਟ ਕਰ ਦਿਓ। ਜਿਵੇਂ ਹੁਣ ਕਿਸਾਨੀ ਬਿੱਲਾਂ ਦਾ ਆਖੀ ਜਾਂਦੇ ਆ ਵੀ ਇਹਨਾਂ ਕਾਨੂੰਨਾਂ 'ਚ ਅਸੀਂ ਸੋਧਾਂ ਕਰ ਦਿੰਦੇ ਹਾਂ। ਸੋਧਾਂ ਦਾ ਕੀ ਮਤਲਬ? ਜੋ ਤੁਸੀਂ ਬਣਾਈ ਕਿਉਂ ਉਹ? ਫਿਰ ਭਾਜਪਾ ਦੇ ਲੀਡਰ ਬਿਆਨ ਲੱਗਦਾ ਵੀ ਤਾਈਓ ਇਹੀ ਚੀਜ਼ ਦਾ ਰੇੜਕਾ ਪੈਦਾ ਕਰਨ ਨੂੰ ਦੇ ਆਉਂਦੇ ਨੇ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਸੀ, ਉਹਨਾਂ ਨੂੰ ਕਿਹਾ ਸੀ ਵੀ ਪੁਰਾਣਾ ਰਿਸ਼ਤਾ ਚੱਲਿਆ ਰਿਹਾ, ਆਹ ਸਮੱਸਿਆਵਾਂ ਜਿਹੜੀਆਂ ਤੁਸੀਂ ਦੱਸੀਆਂ ਵੀ ਖਾਤੇ ਇੱਕ ਨੇ ਹਜੇ ਤਕਸੀਮਾਂ ਨਹੀਂ ਹੋਈਆਂ, ਉਹ ਕਹਿੰਦੇ ਫਿਰ ਯਕੀਨ ਕਰ ਲੈਣ। ਯਕੀਨ ਕਾਹਤੋਂ ਨਹੀਂ ਕਰਦੇ ਕਿਸਾਨ ਤੇ ਆੜ੍ਹਤੀਏ? ਨਹੀਂ, ਯਕੀਨ ਅਸੀਂ ਤਾਂ ਕਰਦੇ ਹਾਂ, ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ, ਅਸੀਂ ਤਾਂ ਕਰਦੇ ਹਾਂ। ਪਰ ਮੈਨੂੰ ਇਹ ਦੱਸੋ ਵੀ ਜਿਵੇਂ ਸ਼ਰੀਕਾ ਹੈ, 2 ਚਾਚੇ ਤਾਏ ਹੈ, ਉਹਨਾਂ ਦੀ ਆਵਾਜ਼ ਦੀ ਬਣਦੀ ਨਹੀਂ ਗਈ, ਪੈੜੀ ਕਿਸੇ ਦੇ ਨਾਂ ਪਈ ਹੈ, ਦਾਦੇ ਦੇ ਨਾਂ, ਪੋਤੇ ਦੇ ਨਾਂ, 100 ਥਾਂ ਤੇ ਪਈ ਹੈ। ਕਈ ਤਾਂ ਹਜੇ ਤੀ 10-10 ਪੀੜ੍ਹੀਆਂ ਦੀਆਂ ਵਿਰਾਸਤਾਂ ਨਹੀਂ ਹੋਈਆਂ ਵੀਆਂ, ਪੁਰਾਣੇ ਬੁੜੇ ਮਰਗੇ ਜਿਹੜੇ ਉਹਨਾਂ ਦੇ ਉੱਥੇ ਪਈਆਂ ਹੈਗੀਆਂ, ਉਹਦਾ ਕੀ ਕਰਨਗੇ? ਪਹਿਲਾਂ ਗਵਰਨਮੈਂਟ ਨੂੰ ਸਭ ਤੋਂ ਪਹਿਲਾਂ ਜਿਵੇਂ ਪਹਿਲਾਂ ਮੁਰੱਬਾਬੰਦੀ ਕੀਤੀ ਸੀ, ਉਹ ਮੁਰੱਬਾਬੰਦੀ ਵੀ ਨਹੀਂ ਹੋਈ ਸਾਰੇ ਪੰਜਾਬ 'ਚ ਤਾਂ ਹੈਗੀ, ਮੁਰੱਬਾਬੰਦੀ ਵਾਲਾ ਵੀ ਰੌਲਾ। ਚਲੋ ਉਸ ਤੋਂ ਬਾਅਦ ਤੁਸੀਂ ਹੁਣ ਪਹਿਲਾਂ ਤਕਸੀਮਾਂ ਕਰੋ, ਤਕਸੀਮ ਕਰਕੇ ਜਿਹੜੇ ਬੰਦੇ ਦੇ ਨਾਲ ਜਿੰਨੀ ਪੈੜੀ ਹੈ ਉਨੀ ਉਹਦੇ ਨਾਂ ਹੋਵੇ ਤਾਂ ਕਿ ਉਹ ਕੱਲ੍ਹ ਨੂੰ ਉਹ ਫਰਦ ਦੇ ਸਕੇ। ਫਰਦ ਤਾਂ ਹੁਣ ਇਸ ਬੰਦੇ ਦੇ ਨਾਂ 'ਤੇ ਬੋਲਦੀ ਹੈ ਜਾਂ ਗਰਦੋਰੀਏ ਦੇ ਨਾਂ ਬੋਲਦੀ ਹੈ, ਪੈੜੀ ਵਾਹੀ ਮੈਂ ਜਾਣਾ, ਕਿਵੇਂ ਸੂਤ ਆਊਗਾ ਉਹ? ਮੈਂ ਕਿੱਥੇ ਵੇਚੂੰਗਾ, ਕਿਹਨੂੰ ਦੇਵਾਂਗਾ ਜਦੋਂ ਫਰਦ ਨਾ ਹੋਊਗੀ? ਤਾਂ ਇਹ ਰਾਜਸਥਾਨ 'ਚ ਹੋਇਆ, ਰਾਜਸਥਾਨ 'ਚ ਇਹ ਕਾਮਯਾਬ ਨਹੀਂ ਹੋਇਆ, ਬਿਲਕੁਲ ਵੀ ਨਹੀਂ ਹੋਇਆ। ਸਿਰਫ ਉਹ ਸੈਂਟਰ ਗਵਰਨਮੈਂਟ ਭੱਜਣਾ ਚਾਹੁੰਦੀ ਹੈ, ਸਿਰਫ ਖਰੀਦ। ਅਸਲ ਮੇਨ ਮਕਸਦ ਉਹਦਾ ਇਹ ਹੈ ਵੀ ਅਸੀਂ ਖਰੀਦ 'ਚੋਂ ਬਾਹਰ ਹੋ ਜਾਈਏ, ਸਾਡੇ ਗੁਲਾਮਾਂ ਲੈ ਜੇ, ਹੋਰ ਕੋਈ ਚੱਕਰ ਨਹੀਂ। ਉਹ ਨਵੇਂ ਰੂਲ ਤਾਂ ਹੀ ਲਾਗੂ ਕਰ ਰਹੀ ਹੈ। ਇਹ ਫਰਮਾਨ ਉਹਨਾਂ ਨੂੰ ਨਹੀਂ ਪਤਾ ਜਿੱਥੇ ਉੱਥੇ ਬਿਊਰੋਕਰੈਟਸ ਬੈਠੇ ਆ ਵੀ ਪੈੜੀਆਂ ਕਿਹਦੇ ਨਾਂ ਪਈਆਂ ਤੇ ਕਿਹਦੇ ਨਾਂ ਹੋਣਗੀਆਂ, ਕਿਹਦੇ ਨਾਂ ਕਿਵੇਂ ਹੋਊਗਾ, ਉਹਦਾ ਮਸਲਾ ਮੈਂ ਬਹੁਤ ਉਲਝਿਆ ਵੀ ਐਡਾ ਸੌਖਾ ਨਹੀਂ ਹੈਗਾ ਜੇ ਤੁਸੀਂ ਕਹੋ। ਹਾਂ, ਇਹ ਐਡਾ ਕੋਈ ਸੌਖਾ ਕੰਮ ਨਹੀਂ ਹੈ। ਪਹਿਲਾਂ ਸਭ ਤੋਂ ਗਵਰਨਮੈਂਟ ਨੂੰ ਉਹੋ ਜਿਹਾ ਮੈਕੈਨਿਜ਼ਮ ਤਿਆਰ ਕਰਨਾ ਪਊਗਾ ਵੀ ਹਾਂ ਸਾਡੇ ਸਾਰੀਆਂ ਤਕਸੀਮਾਂ ਹੋ ਗਈਆਂ, ਅੱਜ ਬੱਚੇ ਦੇ ਨਾਂ ਜੀ, ਜਿਹੜਾ ਵਾਹੀ ਕਰਦਾ ਉਹਦੇ ਨਾਂ ਪੈੜੀ। ਉਸ ਤੋਂ ਬਾਅਦ ਫਿਰ ਉਹਦੇ ਸੋਲਿਊਸ਼ਨ ਕੱਢਣੇ ਪੈਣਗੇ ਜਿਹੜੇ NRI ਹੈ, ਵੀ NRI ਦੀ ਅਸੀਂ ਕਿਸ ਸਿਸਟਮ ਤੇ ਲੈ ਸਕਦੇ ਹਾਂ। ਅੱਛਾ, ਫਿਰ ਨਵੇਂ ਕਾਨੂੰਨਾਂ 'ਚ ਚੱਕ ਕੇ ਤੇ 18% GST ਲਾਤਾ ਠੇਕੇ ਤੇ ਪੈੜੀ ਤੇ। ਉਹ ਜ਼ਿਮੀਂਦਾਰੇ ਨੂੰ ਤਾਂ ਅੱਗੇ ਹੀ ਨਹੀਂ ਬਚਦਾ, ਹੋਰ 18% ਮੰਨ ਲਓ 40,000 ਰੁਪਇਆ। ਹਰਿਆਣੇ ਪੰਜਾਬ ਦੀ ਜ਼ਮੀਨ ਦਾ ਵੀ ਰੌਲਾ। ਹਾਂ, ਉਹ ਵੀ ਹੈ ਕਈ ਜਗ੍ਹਾ ਤੇ। ਹਰਿਆਣੇ ਦੇ ਪੰਜਾਬ ਇਕੱਠਾ ਸੀਗਾ, ਅੱਡੋ ਅੱਡੀ ਹੋ ਗਿਆ। ਕਈਆਂ ਦੀਆਂ ਪੈਲੀਆਂ ਇੱਧਰ ਉੱਧਰ ਪਈਆਂ, ਇੱਕ ਭਰਾ ਉੱਧਰ ਰਹਿ ਗਿਆ, ਇੱਕ ਇੱਧਰ ਆ ਗਿਆ, ਉਹਦੇ ਰੌਲੇ ਆ। ਈਵਨ ਕਿ ਇਹ ਰਾਜਸਥਾਨ ਨਾਲ ਵੀ ਰੌਲੇ ਆ ਪੰਜਾਬ ਦੀ, ਜਿੱਥੇ ਹੱਦ ਲੱਗਦੀ ਹੈ। ਇੱਕੋ ਬੰਦਾ ਵਸਨੀਕ ਉਹ ਪੰਜਾਬ ਦਾ, ਪੈੜੀ ਉਹਦੀ ਰਾਜਸਥਾਨ 'ਚ ਹੈ, ਤੇ ਰਾਜਸਥਾਨ ਨਾਲ ਜਿਹੜਾ ਵਸਨੀਕ ਹੈ ਉਹਦੀ ਪੈੜੀ ਪੰਜਾਬ 'ਚ ਹੈ। ਕਿਵੇਂ ਸੌਖੇ ਨਹੀਂ ਨਿਬੜਦੇ? ਇੱਕ ਇਹ ਪ੍ਰੋਬਲਮ ਹੋਰ ਵੀ ਹੈ, ਜਿਸ ਤਰ੍ਹਾਂ ਅਸੀਂ ਸਮਾਣੇ ਤੋਂ ਬਾਰਡਰ ਏਰੀਆ, ਸਾਡੇ ਨਾਲ ਹੀ ਹਰਿਆਣਾ ਪੈਂਦਾ, ਈਵਨ ਕਿ ਸਮਾਣਾ ਸ਼ਹਿਰ ਦੇ ਵਿੱਚ ਵੀ ਹਰਿਆਣੇ ਦਾ ਏਰੀਆ ਪੈਂਦਾ ਥੋੜ੍ਹਾ ਜਿਹਾ। ਉਹਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਹਰਿਆਣੇ ਦੇ, ਉਹਨਾਂ ਦਾ ਬੈਂਕਿੰਗ ਸਿਸਟਮ ਜਾਂ ਰੈਵਨਿਊ ਸਿਸਟਮ, ਜਿਹੜਾ ਵੀ ਬਿਜਲੀ ਬੋਰਡ ਦਾ ਕਨੈਕਸ਼ਨ ਹੈ, ਉਹ ਸਾਰੇ ਪੰਜਾਬ ਦੇ ਹੈ। ਇਹ ਲੈਂਡ ਜਿਹੜੀ ਹੈਗੀ ਹੈ ਉਹਨਾਂ ਦੀ ਹਰਿਆਣੇ 'ਚ ਪੈ ਜਾਂਦੀ ਹੈ। ਹਰਿਆਣੇ 'ਚ ਜਿਹੜਾ ਛੇੜਾ ਤਾਂ ਛੇੜਨ ਲੱਗੇ ਨੇ, ਪਰ ਐਡਾ ਸੌਖਾ ਨਹੀਂ। ਸਾਡੇ ਕੋਲੇ ਮਤਲਬ ਪਿਛਲੇ 40 50 ਸਾਲ ਤੋਂ ਉਹ ਜ਼ਿਮੀਂਦਾਰ ਪੰਜਾਬ ਦੇ ਵਿੱਚ ਸਾਡੇ ਕੋਲੇ ਫਸਲ ਵੇਚਦੇ ਆ। ਅਗਰ ਰਜਿਸਟ੍ਰੇਸ਼ਨ ਜ਼ਮੀਨ ਦੀ ਹੋ ਜਾਂਦੀ ਹੈ, ਉਹ ਹਰਿਆਣੇ 'ਚ ਹੋਏਗੀ, ਉਹ ਮਾਲ ਇੱਥੇ ਸਮਾਣੇ ਵੇਚੇਗਾ ਸਾਡੇ ਕੋਲੇ, ਉਹਦੀ ਪੇਮੈਂਟ ਦਾ ਵੀ ਸਿਸਟਮ ਥੋੜ੍ਹਾ ਜਿਹਾ ਖਰਾਬ ਹੋਏਗਾ। ਗਵਰਨਮੈਂਟ ਕਹਿੰਦੀ ਹੈ ਵੀ ਅਦਰ ਸਟੇਟ ਦੇ ਵਿੱਚ ਨਹੀਂ ਮਤਲਬ ਵੇਚ ਸਕਦਾ। ਇਸ ਕਰਕੇ ਇਹ ਸਾਰੇ ਸਿਸਟਮ ਹੈ ਜਿਹੜੇ ਇਹ ਪਹਿਲਾਂ ਗ੍ਰਾਸ ਰੂਟ ਤੋਂ ਹੀ ਇਹਦਾ ਸਿਸਟਮ ਬਣਨਾ ਚਾਹੀਦਾ ਹੈ।
ਫਿਰ ਜਾ ਕੇ ਲਾਗੂ ਹੋਣਾ ਚਾਹੀਦਾ। ਗੱਲਾਂ ਬਹੁਤ ਵੱਡੀਆਂ ਨੇ ਜੇ ਕਹੀਏ ਕਿ ਸੈਂਟਰ ਗਵਰਨਮੈਂਟ ਕਰਨ ਨੂੰ ਫਿਰਦੀ ਆ, ਪਰ ਉਸ ਤੋਂ ਬਾਅਦ ਚ ਮਸਲੇ ਦੇਖਿਆ ਜਾਵੇ ਕਿੰਨੇ ਕੁ ਸੌਖੇ ਨੇ, ਕਿਉਂਕਿ ਤਕਸੀਮਾਂ ਦੇ ਵਿੱਚ ਅਕਸਰ ਕਿਹਾ ਜਾਂਦਾ ਕਿ ਤਕਸੀਮਾਂ 'ਚ ਉਮਰਾਂ ਲੰਘ ਜਾਂਦੀਆਂ ਨੇ ਪਰ ਤਕਸੀਮਾਂ ਨਹੀਂ ਹੋ ਪਾਉਂਦੀਆਂ, ਕਿਉਂਕਿ ਬੜੇ ਉਲਝਣ ਤਾਣੀ ਇੱਕ ਸਿਸਟਮ ਜਿਹੜਾ ਬਣਿਆ ਹੋਇਆ। ਸਭ ਤੋਂ ਪਹਿਲਾਂ ਲੋੜ ਉਹਨੂੰ ਆ, ਪਰ ਕਈ ਲੱਗਦਾ ਕਿ ਬੀਜੇਪੀ ਦੇ ਚਹੇਤੇ ਅੱਜ ਵੀ ਕਿਤੇ ਨਾ ਕਿਤੇ ਲੋਕ ਦਿਖ ਜਾਂਦੇ ਨੇ ਕਿ ਜਿਹਦੇ ਵਿੱਚ ਜਿਵੇਂ ਕਿਸੇ ਇੱਕ ਆੜ੍ਹਤੀਆ ਵੀਰ ਨਾਲ ਗੱਲ ਕਰੀ ਤਾਂ ਉਹਨਾਂ ਨੇ ਪੂਰਾ ਸਿਸਟਮ ਹੀ ਬਦਲ ਕੇ ਰੱਖਤਾ। ਖੈਰ ਦੇਖਣਾ ਇਸ ਚੀਜ਼ ਨੂੰ ਲੈ ਕੇ ਹੈ ਕਿ ਪਹਿਲਾਂ ਹੁਣ ਜਿਸ ਹੋਂਦ ਦੇ ਵਿੱਚ ਤੁਸੀਂ ਖੜੇ ਹੋ, ਆੜ੍ਹਤੀਆ ਬਰਾਦਰੀ ਦੇ ਨਾਲੋਂ ਕਿਸਾਨ ਹੋ ਜਾਂ ਬਾਕੀ ਕਿਸਾਨੀ ਧੰਦਿਆਂ ਦੇ ਨਾਲ ਜੁੜੇ ਹੋਏ ਹੋ, ਉੱਥੇ ਸ਼ਾਇਦ ਪਾਰਟੀਆਂ ਛੱਡ ਕੇ ਉਹ ਸਿਸਟਮ ਨੂੰ ਦੇਖਣਾ ਹੋਊਗਾ। ਜਿਵੇਂ ਕਿ ਬਾਕੀਆਂ ਨੇ ਕਿਹਾ ਕਿ ਪਾਰਟੀ ਲੈਵਲ ਤੋਂ ਉੱਠ ਕੇ ਜਿਹੜੀ ਗੱਲ ਕਰਨ ਦੀ ਲੋੜ ਹੈ, ਤਾਈਓ ਕਰਕੇ ਸ਼ਾਇਦ ਉਹਨਾਂ ਨੂੰ ਦੁਬਾਰੇ ਗੱਲ ਤਾਂ ਨਹੀਂ ਔੜੀ, ਪਰ ਇੰਨਾ ਜ਼ਰੂਰ ਹੈ ਸਮੱਸਿਆ ਸ਼ਾਇਦ ਉਹ ਵੀ ਸਮਝਦੇ ਨੇ ਕਿ ਪਰੇਸ਼ਾਨੀ ਕਿੱਡੀ ਵੱਡੀ ਖੜੀ ਹੋ ਜੂਗੀ। ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਸੁਮਿਤ ਸਿੰਘ, ਚੰਡੀਗੜ੍ਹ।